हालेलुया। सब कुछ है परमेश्वर ताज जगह हमने इसकी अतरे ही पोते सब कुछ है मुझे दिखो शर्मा के पेरी करो की नेमत का सकते हालेलुया हालेलुया सारी गिरसियां मुझे दसा सारे मुझे सब चीजें ध्यान से आज ਅਸੀਂ परमेश्वर का वचन देखेंगे ਅਸੀਂ ਲੋਕਾਂ ਦੀ ਜੀਵ ਕਰਾਂਗੇ ਉਹਦਾ ਤੇਜ ਹੈ ਕਰਾਂਗੇ ਲੋਕਾਂ ਦੀ ਜੀਵ ਤੇਜ ਹੈ ਕਰਾਂਗੇ ਉਹਦੀ ਆਈਡੀਆ ਪੜਾਂਗੇ पर जैसू उन्हां दी गल पिछां पां के बोलिया ए यरूशलेम कीतियो मैनू ना रोको पर आप नूं अते अपने बच्चों नूं रोको बारह पढ़ दो तेरी प्रेयर पर जैसू उन्हां दी गल पिछां पां के बोलिया ए यरूशलेम कीतियो मैनू ना रोको पर आप नूं अते अपने बच्चों नूं रोको आज परमेश्वर का सजा अपने वचन दे जिस समय लोगों की बड़ी भीड़ ਉਹਦੇ ਪਿੱਛੇ ਨਾਲ ਬਹੁਤ ਸਾਰੀਆਂ ਭੈਣਾਂ ਦੇ ਤੀਵੀਆਂ ਰੋਗੀਆਂ ਤੇ ਬੈਠਦੇ ਜਿਸ ਸਮੇਂ ਉਸ ਨੂੰ ਸਲੀਪ ਦੇ ਉੱਤੇ ਲਿਜਾਏ ਜਾ ਰਹੇ ਸੀ ਤੇ ਬਹੁਤ ਸਾਰੀਆਂ ਭੈਣਾਂ ਦੁੱਖ ਦੇ ਨਾਲ ਭਰੀਆਂ ਹੋਈਆਂ ਦਰਦ ਨਾਲ ਭਰੀਆਂ ਹੋਈਆਂ ਕਿ ਸਾਡੇ ਪ੍ਰਭੂ ਨੂੰ ਕੀ ਸਲੀਪ ਦੇ ਉੱਤੇ ਦਿੱਤਾ ਜਾਣਾ ਸਰੀਰ ਦੇ ਵਿੱਚ ਰੋ ਰਹੀਆਂ ਪਰਮੇਸ਼ਰ ਦੇ ਵਾਸਤੇ ਉਹਦੇ ਮਗਰ ਜਾ ਰਹੀਆਂ ਜਿਸ ਤਰ੍ਹਾਂ ਅਸੀਂ ਕਿਸੇ ਬੰਦੇ ਦੀ ਬੋਡੀ ਜਾਂ ਸਰੀਰ ਨੂੰ ਲੈ ਕੇ ਜਾਂਦੇ ਤਾਂ ਬਹੁਤ ਸਾਰਾ ਦੇਖ ਕੇ ਮਾਹੌਲ ਕਿਹੜਾ ਹੁੰਦਾ ਫਿਰਦਾ ਆਪਣਾ ਮਾਹੌਲ ਹੁੰਦਾ ਤੇ ਉਸ ਸਮੇਂ ਪ੍ਰਭੂ ਯਿਸੂ ਮਸੀਹ ਇਹ ਆਪਣੇ ਵਚਨਾਂ ਵਿੱਚ ਉਹਨਾਂ ਭੈਣਾਂ ਨੂੰ ਉਹਨਾਂ ਬੀਬੀਆਂ ਨੂੰ ਕਹਿ ਰਿਹਾ ਹੈ ਪਰ ਉਹਨਾਂ ਨੂੰ ਪਿਛਾਂਹ ਹੋ ਕੇ ਵੇਖਿਆ ਪ੍ਰਭੂ ਨੇ ਕੀ ਕਿਹਾ ਉਹਨੂੰ ਕਹਿੰਦਾ ਹੇ ਯਰੂਸ਼ਲਮ ਦੇ ਧੀਓ ਮੈਨੂੰ ਨਾ ਰਹੋ ਔਰ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਦੀ ਰਹੋ ਕਹਿੰਦਾ ਮੇਰੇ ਵਾਸਤੇ ਤੁਸੀਂ ਨਾ ਰਹੋ ਆਪਣੇ ਆਪ ਵਾਸਤੇ ਰਹੋ ਜਾਂ ਆਪਣੇ ਬੱਚਿਆਂ ਦੇ ਵਾਸਤੇ ਆਪਣੇ ਆਪ ਦੇ ਲਈ ਅਸੀਂ ਕਿਸ ਤਰ੍ਹਾਂ ਬਚਣਾ ਹੈ ਸਾਡੇ ਬੱਚਿਆਂ ਨੇ ਕਿਸ ਤਰ੍ਹਾਂ ਬਚਣਾ ਹੈ ਉਹਨਾਂ ਦੇ ਵਾਸਤੇ ਅਸੀਂ ਮਿਹਨਤ ਕਰੀਏ ਉਹਨਾਂ ਦੇ ਵਾਸਤੇ ਅਸੀਂ ਰੋਈਏ ਉਹਨਾਂ ਦੇ ਵਾਸਤੇ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਇਹਨਾਂ ਨੂੰ ਬਚਾ ਅੱਗੇ 31 ਆਦਮੀ ਦੀ ਪੜਾਂਗੇ क्यों जो जा हरे रुख नाल के काटदे हन तां सुक्के नाल की होवेगा हालेलुया हरा रुख परमेश्वर का वचन देता ही है शब्द सब कुछ जानी जान किसी का है नहीं फिर सुनते लिए कोई वाचन करे तो जे कोई वाचन करता से तो उसका कोई उत्तर नहीं दे सकता से एक हरे भरे रुख के नाल कहता इस तरह हो गया कि सुखे रुखां के नाल की कोई ना होवेगा तो खुद परमेश्वर का पुत्र सेगा सब कुछ जानी जान सेगा अपना आप उसने परमेश्वर खुद होने के बावजूद भी दास करके सकना करके हुए दास का रूप धारिया और परमेश्वर को अपने बीच की काबिलियत रखने को थोड़े जान ना समझिया उसने कोई भी अपनी खूबी कोई लियाकत नहीं दिखाई अपने आप को हलीम किया नमक किया कहता जब वो हरे रुख के नाल इस तरह करते सुखे नाल की कोई नहीं करती क्योंकि असी ਉਹਦੇ ਆਤਮਾ ਤੋਂ ਬਿਨਾਂ ਉਸਦੇ ਬਿਨਾਂ ਕੀਆਂ ਸੁੱਕੇ ਆ ਜੇਕਰ ਸਾਡੇ ਵਿੱਚ ਉਹਦਾ ਵਚਨ ਆ ਇਸ ਤਰ੍ਹਾਂ ਅੰਗੂਰ ਦੀ ਵੇਲ ਵਿੱਚ ਸਾਹ ਦਿੱਤਾ ਕਿ ਅਸੀਂ ਉਸ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ ਉਹ ਹਰਾ ਰੁਕਿਆ ਜੇ ਉਹਨਾਂ ਨੇ ਉਸਦੇ ਨਾਲ ਕੀਤਾ ਸਾਡੇ ਨਾਲ ਕੀ ਕੁਝ ਨਾ ਕਰਨਗੇ ਇਸ ਕਰਕੇ ਪਰਮੇਸ਼ਰ ਸਾਨੂੰ ਦੱਸ ਕੇ ਗਏ ਆ ਕਿ ਜੇਕਰ ਅਸੀਂ ਉਹਦੇ ਵਿੱਚ ਨਾ ਬਣੇ ਰਹੀਏ ਹਰੇ ਰੁੱਖ ਦੇ ਵਿੱਚ ਤਾਂ ਅਸੀਂ ਜੀਆਂ ਸੁੱਕੇ ਦੇ ਸੁੱਕੇ ਹੀ ਰਹਿ ਜਾਵਾਂਗੇ ਇਸ ਕਰਕੇ ਸਾਨੂੰ ਜ਼ਰੂਰਤ ਆ ਕਿ ਅਸੀਂ ਉਹਦੇ ਵਿੱਚ बने रहिए तो बहुत सारा फल लेके अगे असं देखा 16 की किताब 3 दी होनी है इस नहीं तौबा करो अते मुड़ो वे
ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਂਜੀ, ਇਸ ਲਈ ਤੌਬਾ ਕਰੋ ਅਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ ਹੈ, ਤੌਬਾ ਕੀਤੀ ਆ, ਬਪਤਿਸਮਾ ਲਿਆ ਆ, ਵੱਧਦੇ ਜਾ ਰਹੇ ਹਾਂ। ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਇਨਸਾਨ ਕਰਦਾ ਆ। ਸਾਨੂੰ ਹਮੇਸ਼ਾ ਪਛਤਾਵਾ ਦੇ ਵਿੱਚ ਰਹਿਣਾ ਚਾਹੀਦਾ, ਹਮੇਸ਼ਾ ਉਸਦੇ ਹਜ਼ੂਰ ਕਿਤੇ ਖੋਲ੍ਹ ਨਾ ਜਾਈਏ। ਅਸੀਂ ਕਿਤੇ ਸਥਾਨ ਸਾਡੇ ਨਾਲ ਉਹ ਹੱਥ ਨਾ ਕਰ ਜਾਵੇ ਕਿ ਅਸੀਂ ਸਮਝ ਲਈਏ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਹੁਤ ਚੱਲਣ ਲੱਗ ਪਏ ਹਾਂ, ਅਸੀਂ ਪ੍ਰਾਰਥਨਾ ਬਹੁਤ ਕਰਨ ਲੱਗ ਪਏ ਹਾਂ, ਅਸੀਂ ਵਚਨ ਬਹੁਤ ਪੜ੍ਹਨ ਲੱਗ ਪਏ ਹਾਂ, ਸਾਡੇ ਵਰਗੇ ਰੋਜ਼ੇ ਨਹੀਂ ਕੋਈ ਰੱਖ ਸਕਦੇ, ਨਹੀਂ ਰੱਖ ਸਕਦੇ ਹਾਂ। ਕਿਤੇ ਕੀ ਅਸੀਂ ਕਰੀਏ ਪਰਮੇਸ਼ਰ ਦੇ ਵਚਨ ਤੋਂ ਡਿੱਗ ਨਾ ਜਾਈਏ, ਅਸੀਂ ਸਾਵਧਾਨ ਹੋ ਜਾਈਏ, ਸੁਚੇਤ ਹੋ ਜਾਈਏ। ਪਰਮੇਸ਼ਰ ਦਾ ਵਚਨ ਦੱਸਦਾ ਹੈ ਜਿਹੜਾ ਖੜਾ ਹੈ ਸੁਚੇਤ ਹੋ ਜਾਵੇ ਕਿਤੇ ਡਿੱਗ ਨਾ ਪਵੇ, ਉਹ ਮਜ਼ਬੂਤੀ ਨਾਲ ਆਪਣੀ ਕਦਮ ਨੂੰ ਅਸੀਂ ਕੱਸ ਲਈਏ। ਅਸੀਂ ਕੀ ਕਰੀਏ ਹਮੇਸ਼ਾ ਪਰਮੇਸ਼ਰ ਦੇ ਅੱਗੇ ਪਛਤਾਵਾ ਕਰਦੇ ਰਹੀਏ, ਆਪਣੀ ਗਲਤੀਆਂ ਨੂੰ ਉਹਦੇ ਅੱਗੇ ਮੰਨਦੇ ਰਹੀਏ ਕਿ ਪ੍ਰਭੂ ਮੈਂ ਯੋਗ ਨਹੀਂ ਹਾਂ ਤੇਰੇ, ਕਿ ਪ੍ਰਭੂ ਮੈਂ ਇਸ ਲਾਇਕ ਨਹੀਂ ਸੀਗਾ ਕਿ ਤੂੰ ਮੈਨੂੰ ਚੁਣ ਲਿਆ, ਪ੍ਰਭੂ ਮੈਂ ਇੰਨੇ ਯੋਗਾ ਨਹੀਂ ਗਾ ਕਿ ਤੇਰੀ ਕਿਰਪਾ ਮੇਰੇ ਉੱਤੇ ਹੋਈ ਹੈ, ਮੈਂ ਕੋਈ ਇਦਾਂ ਦੇ ਕੰਮ ਨਹੀਂ ਪ੍ਰਭੂ ਕੀਤੇ ਕਿਉਂਕਿ ਤੇਰੇ ਲਹੂ ਦੇ ਦੁਆਰਾ ਮੈਂ ਬਚਾਇਆ ਗਿਆ। ਹਾਲੇਲੂਇਆ। ਕਿਉਂਕਿ ਕਿਸੇ ਦੇ ਕੰਮਾਂ ਕਰਕੇ ਨਹੀਂ, ਸਿਰਫ ਉਸ ਦੀ ਕਿਰਪਾ ਦੇ ਦੁਆਰਾ, ਉਸ ਦੇ ਲਹੂ ਦੇ ਦੁਆਰਾ ਸਾਨੂੰ ਕੀ ਹੈ ਪਰਮੇਸ਼ਰ ਨੇ ਬਚਾਇਆ ਹੈ, ਸਾਨੂੰ ਮੁੱਲ ਲਿਆ ਹੈ, ਖਰੀਦਿਆ ਹੈ। ਅਸੀਂ ਕੀ ਕਰੀਏ ਹੁਣ ਕਿ ਮਨੁੱਖਾਂ ਦੇ ਗੁਲਾਮ ਨਾ ਬਣੀਏ, ਫਿਰ ਗੁਲਾਮੀ ਦੇ ਵਿੱਚ ਨਾ ਜਾਈਏ, ਕਿਉਂਕਿ ਸਾਨੂੰ ਤੁਸੀਂ ਨੇ ਆਜ਼ਾਦੀ ਦੇ ਲਈ ਆਜ਼ਾਦ ਕੀਤਾ। ਇਸ ਲਈ ਤੁਸੀਂ ਤੌਬਾ ਕਰੋ ਅਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ ਅਤੇ ਪ੍ਰਭੂ ਦੇ ਹਜ਼ੂਰ ਸੁੱਖ ਦੇ ਦਿਨ, ਆਨੰਦ ਦੇ ਦਿਨ, ਖੁਸ਼ ਦੇ ਦਿਨ ਆਉਣ। ਹਾਲੇਲੂਇਆ, ਹਾਲੇਲੂਇਆ। अगे 3 चैप्टर फिर करेंगे आप लोगों का, मुझे क्या मैं रोट पाऊंगा 23 41 43 44 पढ़ो 23 चैप्टर नीचे लुका की ਅਸੀਂ ਤਾਂ ਆਪਣੇ ਕੀਤੇ ਦਾ ਫਲ ਪਾ ਰਹੇ ਹਾਂ, ਪਰ ਇਸ ਆਦਮੀ ਨੇ ਸਜ਼ਾ ਦੇ ਨਾਲ ਕੋਈ ਬੁਰਾ ਕੰਮ ਨਹੀਂ ਕੀਤਾ। ਫਿਰ ਉਸਨੇ ਯਿਸੂ ਨੂੰ ਕਿਹਾ, ਯਿਸੂ ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ ਤਾਂ ਮੈਨੂੰ ਯਾਦ ਕਰਨਾ। ਯਿਸੂ ਨੇ ਉਸ ਨੂੰ ਕਿਹਾ, ਮੈਂ ਸੱਚ-ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਗਾ। हालेलुया। ਅਸੀਂ ਤਾਂ ਆਪਣੇ ਨਿਆਂ ਨਾਲ ਆਪਣੀ ਧਰਤੀ ਦਾ ਬੜਾ ਹੋ ਗਿਆ। ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਦਿੱਤਾ ਗਿਆ ਤਾਂ 2 ਲੱਖ ਉਹਦੇ ਨਾਲ ਜਿਹੜੇ ਭਰਿਆਰ ਸੀਗੇ ਉਸ ਸਮੇਂ ਫੜੇ ਸੀਗੇ, ਉਹਨਾਂ ਨੇ ਇੱਕ ਉਸ ਦੇ ਸੱਜੇ ਤੇ ਉਸ ਦੇ ਖੱਬੇ ਸੋਨੇ ਉੱਤੇ ਚੜਾ ਦਿੱਤਾ ਗਿਆ। ਉਹਨਾਂ ਨੂੰ ਉਸ ਦੀ ਜਗ੍ਹਾ ਦੇ ਉੱਤੇ ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਸੋਨੇ ਦੇ ਉੱਤੇ ਉਸ ਜਗ੍ਹਾ ਉੱਤੇ ਉਸ ਸੋਨੀ ਦੇ ਉੱਤੇ ਟੰਗੇ ਹੋਏ ਸੀ ਦੋਨੇ ਜਾਣੇ, ਇੱਕ ਤਾਂ ਉਸ ਨੂੰ ਵੇਣੇ ਮਾਰਿਆ ਸੀਗਾ, ਪਰ ਦੂਸਰਾ ਕੀ ਕਹਿ ਰਿਹਾ ਸੀ ਨਾਲ ਦੇ ਨੂੰ, ਕਹਿੰਦਾ ਤੂੰ ਡਰਦਾ ਨਹੀਂ ਪਰਮੇਸ਼ਰ ਦੇ ਕੋਲੋਂ, ਅਸੀਂ ਤਾਂ ਆਪਣੀ ਕੀਤੀ ਦਾ ਕੀ ਆ ਫਲ ਭੋਗਦੇ ਹਾਂ ਕਿ ਜੋ ਕੁਝ ਅਸੀਂ ਕੀਤਾ ਸਾਨੂੰ ਉਸ ਦੀ ਸਜ਼ਾ ਮਿਲ ਰਹੀ ਹੈ, ਪਰ ਇਸ ਨੇ ਕਹਿੰਦਾ ਕੋਈ ਵੀ ਪਾਪ ਨਹੀਂ ਕੀਤਾ, ਕੋਈ ਅਪਰਾਧ ਨਹੀਂ ਕੀਤਾ। ਉਸਨੇ ਮੰਨ ਲਿਆ ਉੱਤੇ ਆਪਣੇ ਮਨ ਨੂੰ ਫੜਾਇਆ, ਪਰ ਜਦੋਂ ਅਸੀਂ ਆਪਣੇ ਮਨ ਨੂੰ ਫੜਾਉਂਦੇ ਹਾਂ, ਪਰਮੇਸ਼ਰ ਦੀ ਵੱਲ ਤੌਬਾ ਕਰਦੇ ਹਾਂ, ਪਛਤਾਵਾ ਕਰਦੇ ਹਾਂ, ਦੇਖੋ ਸਾਰੀ ਜ਼ਿੰਦਗੀ ਉਸਨੇ ਬਹੁਤ ਸਾਰੀਆਂ ਬੁਰਾਈਆਂ ਕੀਤੀਆਂ, ਉਹਨੇ ਮਾੜੇ ਕੰਮ ਕੀਤੇ, ਪਰ ਆਖਰੀ ਸਮੇਂ ਵਿੱਚ ਕੀ ਕੀਤਾ ਉਸਨੇ ਪਰਮੇਸ਼ਰ ਦੀ ਵੱਲ ਮੰਨ ਲਿਆ ਕਿ ਅਸੀਂ ਆਪਣੀ ਕੀਤੀ ਦਾ ਫਲ ਭੋਗਦੇ ਹਾਂ ਕਿ ਜਿਸ ਦੇ ਕਰਕੇ ਸਾਨੂੰ ਇਹ ਸਜ਼ਾ ਮਿਲ ਰਹੀ ਹੈ। ਪਰ ਇਸਨੇ ਕਹਿੰਦਾ ਕੋਈ ਵੀ ਔਗਣ ਨਹੀਂ ਕੀਤਾ ਅਤੇ ਉਹਨੇ ਆਖਿਆ ਹੈ ਯਿਸੂ ਜਦ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਤੇ ਯਿਸੂ ਨੇ ਮਸੀਹ ਨੇ ਉਸਨੂੰ ਕੀ ਕਿਹਾ, ਮੈਂ ਤੈਨੂੰ ਸੱਚ ਦੱਸਦਾ ਅੱਜ ਹੀ ਤੂੰ ਮੇਰੇ ਨਾਲ ਕੀਆਂ ਸਵਰਗ ਵਿੱਚ ਹੋਵੇਗਾ। ਅਸੀਂ ਉਸ ਡਾਕੂ ਦੇ ਵਾਂਗੂ ਜਿਸਨੇ ਪਛਤਾਵਾ ਕੀਤਾ, ਹਮੇਸ਼ਾ ਅਸੀਂ ਜ਼ਿੰਦਗੀ ਵਿੱਚ ਪਛਤਾਵਾ ਕਰਦੇ ਰਹੀਏ, ਆਪਣੇ ਮਾਫੀ ਮੰਗਦੇ ਰਹੀਏ ਆਪਣੇ ਗੁਨਾਹਾਂ ਦੀ ਉਸਦੇ ਕੋਲੋਂ ਕਿ ਯਿਸੂ ਜਦ ਤੂੰ ਧਰਤੀ ਦੇ ਉੱਤੇ ਆਵੇਂ ਪ੍ਰਭੂ, ਜਦ ਤੂੰ ਆਪਣੇ ਤੇਰੇ ਦੂਤਾਂ ਦੀ ਹੁਕਮ ਤੋਂ ਉਸ ਆਮਦ ਦੇ ਵੇਲੇ ਆਉਣਾ ਪ੍ਰਭੂ, ਅਸੀਂ ਤਿਆਰ ਰਹੀਏ, ਅਸੀਂ ਉਸ ਸਮੇਂ ਤੇਰੇ ਨਾਲ ਉਠਾਏ ਜਾਈਏ ਪ੍ਰਭੂ। ਸਾਡੀ ਪ੍ਰਾਰਥਨਾ ਇਹ ਹੋ ਚਾਹੀਦੀ ਹੈ ਕਿ ਪ੍ਰਭੂ ਜਦ ਤੂੰ ਆਵੇਂ ਤੂੰ ਮੈਨੂੰ ਯਾਦ ਰੱਖੀ ਪ੍ਰਭੂ, ਤੂੰ ਮੈਨੂੰ ਭੁੱਲ ਨਾ ਜਾਈਂ ਯਹੋਵਾ, ਤੂੰ ਆਪਣੇ ਬੱਚਿਆਂ ਨੂੰ ਤਿਆਰ ਕਰ ਦਵਾ, ਪਰ ਜਦ ਤੂੰ ਆਵੇਂ ਅਸੀਂ ਤੇਰੀ ਆਮਦ ਵਿੱਚ ਤੇਰੇ ਨਾਲ ਉਠਾਏ ਜਾਈਏ। ਖਾਸ ਕਰਕੇ ਮੇਰੀ ਪ੍ਰਾਰਥਨਾ ਸਾਰੇ ਚਰਚ ਦੇ ਵਾਸਤੇ ਇਹੀ ਆ ਕਿ ਜਿਸ ਦਿਨ ਪ੍ਰਭੂ ਨੇ ਆਉਣਾ ਅਸੀਂ ਸਾਰੇ ਪਰਮੇਸ਼ਰ ਨਾਲ ਉਠਾਏ ਜਾਈਏ। ਹਾਲੇਲੂਇਆ। ਸਾਰੇ ਉਠਾਏ ਜਾਈਏ, ਸਾਰੇ ਬੋਲੋ ਆਮੀਨ। ਹਾਲੇਲੂਇਆ। ਉਹ ਧਰਤੀ ਦੀ ਚੀਜ਼ਾਂ ਸਾਨੂੰ ਸਾਰੀਆਂ ਮਿਲ ਜਾਣੀਆਂ, ਤੂੰ ਤੁਹਾਡੇ ਪਿੱਛੇ ਪੈ ਕੇ ਮਿਲਣੀਆਂ ਤੇ ਧਰਮ ਨਾਲ ਸਵਰਗ ਦੀ ਖੋਜ ਕਰੋ, ਸਾਰੀਆਂ ਦੁਨੀਆਂ ਵਿੱਚ ਤਾਂ ਸਾਨੂੰ ਮਿਲਣੀਆਂ, ਪਰ ਉਸ ਨੂੰ ਪਾੜੋ, ਕਿਉਂਕਿ ਜਿਹੜੇ ਉਹਨੂੰ ਵੇਖਣਾ ਚਾਹੁੰਦੇ, ਜਿਹੜੇ ਉਹਨੂੰ ਲੱਭਦੇ ਆ, ਉਹਨਾਂ ਨੂੰ ਲੱਭਦਾ ਪਰਮੇਸ਼ਰ। ਜਿਸ ਤਰ੍ਹਾਂ ਜੱਗੀ ਦੀ ਸਰਾਂ ਸੁਣਿਆ, ਜੱਗੀ ਵੀ ਇੱਕ ਧਰਵਾਨ ਪੁਰਸ਼ ਸੀਗਾ, ਉਹਨੇ ਵੀ ਦਿਲ ਦੇ ਵਿੱਚ ਸੋਚਿਆ ਕਿ ਪ੍ਰਭੂ ਨੇ ਇਸ ਰਾਸਤੇ ਤੋਂ ਲੰਘਣਾ
ਸਾਨੂੰ ਵੱਡੀ ਜਿੱਤ ਦਿੰਦੀ ਹੈ। ਵੱਡੀ ਜਿੱਤ ਦਾ ਮਤਲਬ ਕਿ ਸਾਨੂੰ ਦਲੇਰੀ ਦਿੰਦੀ ਹੈ, ਹਿੰਮਤ ਦਿੰਦੀ, ਸ਼ਕਤੀ ਦਿੰਦੀ। ਜਦੋਂ ਅਸੀਂ ਪਰਮੇਸ਼ਰ ਦਾਸ ਪਹੁੰਚਦੇ ਹਾਂ, ਜਦੋਂ ਅਸੀਂ ਨਿਰਭਰ ਹੁੰਦੇ ਹਾਂ, ਜਦੋਂ ਅਸੀਂ ਨਿਰਭਰ ਹੁੰਦੇ ਹਾਂ, ਤਦੋਂ ਅਸੀਂ ਪ੍ਰਬੰਧ ਹੁੰਦੇ ਹਾਂ। ਹਾਲੇਲੂਇਆ। ਹਮੇਸ਼ਾ ਅਸੀਂ ਪਛਤਾਵਾ ਨੂੰ ਕੰਮ ਕਰ ਸਕੀਏ। ਜਿਸ ਤਰ੍ਹਾਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਵੀ ਦੇਖਦੇ ਹਾਂ, ਜੁਨਾ ਨਬੀ ਨੂੰ ਪਰਮੇਸ਼ਰ ਨੇ ਭੇਜਿਆ ਸੀ ਕਿ 40 ਦਿਨਾਂ ਦੇ ਵਿੱਚ 3 ਵਾਰ ਜਿਹੜਾ ਘਾਇਆ ਜਾਵੇਗਾ। ਉਹਨਾਂ ਲੋਕਾਂ ਨੇ ਕੀ ਕੀਤਾ? ਪਛਤਾਵਾ ਕੀਤਾ। ਜਦੋਂ ਉਹਨਾਂ ਨੇ ਪਛਤਾਵਾ ਕੀਤਾ, ਪਰਮੇਸ਼ਰ ਦੇ ਆਪਣੇ ਆਪ ਉਹਨਾਂ ਦੇ ਰਾਜਿਆਂ ਤੋਂ ਲੈ ਕੇ ਲੋਕਾਂ ਤੱਕ ਸਾਰੇ ਪਸ਼ੂ ਡੰਗਰ ਤੱਕ ਪੜ ਸਵਾਬ ਪਾ ਕੇ ਉੱਥੇ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਤੋਂ, ਆਪਣੇ ਗੁਨਾਹਾਂ ਤੋਂ ਮਨ ਭਰਿਆ, ਤਾਂ ਪਰਮੇਸ਼ਰ ਨੇ ਉਹਨਾਂ ਲੋਕਾਂ ਦੇ ਉੱਤੇ ਕੀ ਦਇਆ ਕੀਤੀ। ਉਹ ਸਾਰਾ ਦੇਸ਼ ਕੀ ਹੈ ਬਚਾਇਆ ਗਿਆ। ਪਰਮੇਸ਼ਰ ਉਹਨਾਂ ਦੇ ਨਾਸ ਕਰਨ ਤੋਂ ਕੀ ਆ ਦੇਖਿਆ, ਇਹਨਾਂ ਨੇ ਆਪਣੇ ਪਤੀਆਂ ਨੂੰ, ਆਪਣੇ ਕੰਮਾਂ ਨੂੰ ਮੰਨ ਲਿਆ, ਮੈਂ ਹੁਣ ਇਸ ਦੇਸ਼ ਨੂੰ ਕਹਿੰਦਾ ਹਾਂ। ਹਾਲੇਲੂਇਆ। ਔਰ ਲੂਤ ਦੇ ਬਾਰੇ ਵੀ ਪੜ੍ਹਦੇ ਅਸੀਂ ਪੁਰਾਣੇ ਨਿਯਮ ਦੇ ਵਿੱਚ ਦੇਖਦੇ ਹਾਂ, ਜਦੋਂ ਪਰਮੇਸ਼ਰ ਨੇ ਅਬਰਾਮ ਨੂੰ ਦਰਸ਼ਨ ਦਿੱਤਾ, ਉਹ ਦੇਖਦਾ ਕਿ ਸ਼ਾਇਦ 40 ਧਰਮੀ ਆਪਣੇ ਇੱਥੇ, ਸ਼ਾਇਦ ਪ੍ਰਭੂ 35 ਹੋਣ, ਫਿਰ ਮੈਂ ਪ੍ਰਭੂ ਨਾਲ ਦਲੇਰੀ ਕੀਤੀ ਗੱਲ ਨਾਲ, ਸ਼ਾਇਦ 30 ਹੋਣ, ਸ਼ਾਇਦ 10 ਹੋਣ, 5। ਪ੍ਰਭੂ ਕਹਿੰਦਾ ਜੇ ਮੈਨੂੰ ਘੱਟ ਤੋਂ ਘੱਟ 5 ਆਉਂਦੇ ਲੱਭਣ ਤਾਂ ਵੀ ਨਾਸ਼ ਨਹੀਂ ਕਰੂਗਾ। ਉਹ ਸ਼ਹਿਰ ਨੂੰ ਦੇਰੋ ਫਿਰ ਵੀ ਉਹ ਬਚਿਆ ਨਹੀਂ, ਨਾਸ਼ ਹੋ ਗਿਆ। ਸਿਰਫ ਪਰਮੇਸ਼ਰ ਨੇ ਲੂਤ ਨੂੰ ਕੱਢਿਆ ਇੱਕ ਧਰਮੀ ਜਨ ਸੀਗਾ, ਕਿਉਂਕਿ ਜਿਹੜਾ ਆਪਣੀ ਜਾਨ ਸੰਭਾਲਣੀ ਚਾਹੁੰਦਾ ਉਹ ਗਵਾ ਦੇਵੇਗਾ, ਜਿਹੜਾ ਯਹੋਵਾ ਦੇ ਪਰਮੇਸ਼ਰ ਨੇ ਆਪਣੀ ਜਾਨ ਗਵਾਵੇਗਾ ਉਹ ਨੂੰ ਬਚਾ ਲਵੇਗਾ। ਹਾਲੇਲੂਇਆ। ਹਾਲੇਲੂਇਆ। ਅੱਗੇ ਅਸੀਂ ਫਿਰ ਪੜਾਂਗੇ ਰਸੂਲਾਂ ਦੀ ਕਿਤਾਬ 4 ਦੀ ਗੱਲ ਹੈ। रसूलों की किताब इसे दूसरे द्वारा मुक्ति नहीं, क्योंकि आकाश से थले लोखंड को दूजा नाम नहीं दिता गया, इसलिए जरूरी है कि इसे राही बचाई जाए। हालेलुया। और किसी दूसरे तो मुक्ति नहीं है। मुक्ति केवल कौन? प्रभु यीशु मसीह को। सिर्फ एक ही नाम सामने बख्शा गया है, एक ही नाम दिया गया है। तो जो आकाश के हम लोग का कोई दूसरा नाम है नहीं जिसको से बचाया गया है। आकाश के थले धरती के ऊपर एक कोई का नाम यीशु मसीह का नाम, जिसको सामने मुक्ति मिलती, जिसको सामने निजात मिलनी पापा शरीर के विच सारे ने जाना है, पर परमेश्वर साडी आत्मा ਨੂੰ ਬਚਾਉਣਾ ਚਾਹੁੰਦਾ। मैं ये भी गल्लां ਤੁਹਾਨੂੰ ਦੱਸਾਂਗਾ जरूर किस तरह मौत आई और किस तरह प्रभु यीशु मसीह ने सानू जिंदगी ਦਿੱਤੀ, ਜੀਵਨ ਸਾਨੂੰ ਦਿੱਤਾ। ਅਸੀਂ ਰੋਮੀਆਂ ਦੇ ਵਿੱਚ ਪੜਾਂਗੇ, ਰੋਮੀਆਂ ਦੀ ਪੁਸਤਕ ਉਹਦੀ 5 ਦੀ 12 ਤੋਂ 15 ਤੱਕ ਪੜਾਂਗੇ। ਇਹਦੇ ਨਾਲ ਹੀ ਰੋਮੀਆਂ ਰਸੂਲਾਂ ਦੀ ਕਿਤਾਬ ਦੇ ਇਹ ਇਸ ਤਰ੍ਹਾਂ ਹੋਇਆ ਕਿ ਆਦਮੀ ਦੁਆਰਾ ਪਾਪ ਦੇ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ ਆਈ। ਉਹ ਮੌਤ ਸਾਰੀ ਦੁਨੀਆ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ। ਦੇਵ ਸ਼ਾਸਤਰ ਦੇ ਮੋਹ ਵਿੱਚ ਆਉਣ ਤੋਂ ਪਹਿਲਾਂ ਇਸ ਸੰਸਾਰ ਵਿੱਚ ਪਾਪ ਦੀ ਹੋਂਦ ਸੀ, ਅਤੇ ਦੇਵ ਸ਼ਾਸਤਰ ਨਹੀਂ ਸੀ, ਇਸ ਲਈ ਪਾਪ ਦਾ ਕੋਈ ਲੇਖਾ ਨਹੀਂ ਲਾਇਆ ਜਾਂਦਾ ਸੀ। ਪਰ ਜਿਹੜੀ ਮੌਤ ਦੇ ਆਦਮ ਤੋਂ ਲੈ ਕੇ ਮੂਸਾ ਤੱਕ ਸਭ ਲੋਕਾਂ ਦੇ ਰਾਜ ਕੀਤਾ, ਇੱਥੋਂ ਤੱਕ ਕਿ ਉਹਨਾਂ ਲੋਕਾਂ ਦੇ ਵੀ ਜਿਨ੍ਹਾਂ ਨੇ ਆਦਮ ਦੀ ਤਰ੍ਹਾਂ ਪਰਮੇਸ਼ਰ ਦੀ ਆਗਿਆ ਨੂੰ ਸਿੱਧੇ ਤੌਰ ਤੇ ਪਾਪ ਨਹੀਂ ਕੀਤਾ ਸੀ। ਆਦਮ ਆਉਣ ਵਾਲੇ ਲੋਕ ਦਾ ਇੱਕ ਚਿੰਨ੍ਹ ਸੀ। ਹਾਲੇਲੂਇਆ। इसलिए जिਵੇਂ एक मौत तो पाप संसार में ऐसे सारे जानते हैं ये परमेश्वर के वचन चाहते कि पाप संसार में किस तरह आया, आदम तो आया, एक दे करके पाप की होया, सारे ਵਿੱਚ फैल गया। एक ने पाप किया, एक ने अपराध किया, ਜਿਹਦੇ ਕਰਕੇ ਇਹ ਸਾਰਿਆਂ ਵਿੱਚ ਗਿਆ ਪਾਪ, और सारे ਲੋਕਾਂ ਦੇ ਵਿੱਚ ਕੀ ਹੋਇਆ? मौत फैल गई। सारे ਉੱਤੇ ਕੀ ਕੀਤਾ? मौत ने राज किया। सबना ਵਿੱਚ फैल गई, ਇਸ ਕਰਕੇ सबना ਕੀ ਕੀਤਾ? अपराध किया, पाप किया। शरा ਦੇ ਸਮੇਂ ਦੀ ਤਾਂ ਪਾਪ ਸੰਸਾਰ 'ਚ ਹੈ ਸੀ, ਪਰ ਜਿੱਥੇ ਸ਼ਰਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ। ਸ਼ਰਾ ਦੇ ਸਮੇਂ ਪਾਪ ਦਾ ਸੰਸਾਰ ਵਿੱਚ ਸੀਗਾ, ਪਰ ਜਿੱਥੇ ਸ਼ਰਾ ਨਹੀਂ ਹੈ, ਜਿੱਥੇ ਹੁਕਮ ਨਹੀਂ ਸੀ, ਪਰਮੇਸ਼ਰ ਦੀ ਦੋਸਤਾਂ ਨਹੀਂ ਸੀ, ਉੱਥੇ ਕੀ ਸੀ? ਉੱਥੇ ਪਾਪ ਦਾ ਲੇਖਾ ਵੀ ਨਹੀਂ ਹੁੰਦਾ ਹੈ। ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਇਹ ਸਾਰੇ ਦੇ ਉੱਤੇ ਰਾਜ ਕੀਤਾ। ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ, ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ। ਇਹ ਕੌਣ ਸੀ? ਆਦਮ ਆਉਣ ਵਾਲੇ ਦਾ ਨਮੂਨਾ ਯਿਸੂ ਸੀ, ਪ੍ਰਭੂ ਯਿਸੂ ਸੀ। ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ, ਪਰ ਇਉਂ ਨਹੀਂ ਕਿ ਜਿਹੜਾ ਅਪਰਾਧ ਹੋਇਆ ਨਹੀਂ ਬਖਸ਼ਿਸ਼ ਹੋਈ। ਇਸ ਤਰ੍ਹਾਂ ਸਮਝੋ ਕਿ ਸਰੀਰ ਵਿੱਚ ਮੌਤ ਆਈ, ਇੱਕ ਨੇ ਪਾਪ ਕੀਤਾ ਤੇ ਸਾਰਿਆਂ ਨੂੰ ਫੈਲ ਗਈ। ਜਿਸ ਤਰ੍ਹਾਂ ਅਪਰਾਧ ਹੋਇਆ ਤੇ ਬਖਸ਼ਿਸ਼ ਵੀ ਹੋਈ। ਬਖਸ਼ਿਸ਼ ਕਿਹਦੇ ਰਾਹੀਂ ਹੋਈ ਹੈ? ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਇਸ ਕਰਕੇ ਸਰੀਰ ਵਿੱਚ ਸਾਰਿਆਂ ਨੇ ਜਾਣਾ ਹੈ, ਪਰ ਅਸੀਂ ਆਤਮਾ ਨੂੰ ਜੋ ਸਾਡੇ ਅੰਦਰ ਵਸਦੀ ਹੈ ਉਸ ਨੂੰ ਬਚਾਉਣਾ ਹੈ। ਹਾਲੇਲੂਇਆ। ਪਰ ਇਉਂ ਹੋਇਆ ਕਿ ਜਿਹੜਾ ਅਪਰਾਧ ਹੋਇਆ ਤੇ ਬਖਸ਼ਿਸ਼ ਵੀ ਹੋਈ, ਕਿਉਂਕਿ ਜਦ ਇੱਕ ਨੇ ਅਪਰਾਧ ਤੋਂ ਬਹੁਤ ਲੋਕ
ਬਹੁਤਿਆਂ ਲੋਕਾਂ ਲਈ ਵਾਪਰ ਪ੍ਰਗਟ ਹੋਈ। ਉਹ ਜਿਹੜੀ ਕਿਰਪਾ ਹੋਈ ਪਰਮੇਸ਼ਰ ਦੀ, ਉਹ ਇੱਕ ਦੇ ਰਾਹੀਂ ਹੋਈ, ਯਿਸੂ ਮਸੀਹ ਦੇ ਰਾਹੀਂ ਅਸੀਂ ਇਹ ਸਾਰੇ ਬਚਾਏ ਗਏ ਹਾਂ। ਹਾਲੇਲੂਇਆ, ਹਾਲੇਲੂਇਆ। ਅੱਗੇ ਪਹਿਲਾ ਕ੍ਰਾਂਤੀਆਂ ਕਰਾਂਗੇ ਅਸੀਂ, ਫਸਟ ਕ੍ਰਾਂਤੀਆਂ ਉਹਦਾ 15 ਚੈਪਟਰ। इक्की के बारे में पढ़ेंगे। क्योंकि जिस तरह एक मनुष्य के कारण मौत इस संसार में आई, इसी तरह एक मनुष्य द्वारा ही मरने वाला का पुनरुत्थान होगा। जिस तरह आदम के सब मरते हैं, उसी तरह मसीह के सब फिर जी उठेंगे। हालेलुया। जब मनुष्यों के राही मौत आई, आदम के राही मौत आई तो मुर्दों की क्या क़यामत हुई, पुनरुत्थान हुआ। जिस तरह मैं हिंदी पढ़ा वचन, जिस तरह आदम के सब मरते हैं तो मसीह में से किया हुआ है। ਅਸੀਂ ਸਰੀਰ ਨੂੰ ਜਿਉਂਦੇ ਜੀ ਹੀ ਮਾਰਨਾ ਹੈ। ਅਭਿਲਾਸ਼ਾ ਦੇ ਵਿੱਚ, ਲਾਲਚ ਦੇ ਵਿੱਚ, ਘਮੰਡ ਦੇ ਵਿੱਚ, ਈਰਖਾ ਦੇ ਵਿੱਚ, ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਸਰੀਰ ਦੇ ਨਾਲ ਲੜਦੀਆਂ, ਵਿਚਾਰ ਦੇ ਵਿੱਚ, ਉਹ ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਪਾਈਆਂ ਜਾਂਦੀਆਂ ਜਿਹੜੀਆਂ ਸਾਨੂੰ ਪਾਪ ਦੇ ਵੱਲ ਲੈ ਜਾਂਦੀਆਂ, ਪਰਮੇਸ਼ਰ ਤੋਂ ਦੂਰ ਲੈ ਜਾਂਦੀਆਂ। ਅਸੀਂ ਜੀਦੇ ਜੀ ਕੀ ਆ, ਮਰ ਚੁੱਕੇ ਹਾਂ, ਪਾਪ ਦੇ ਵੱਲੋਂ ਮਰ ਚੁੱਕੇ ਹਾਂ। ਜਿਹੜੀ ਸਾਡਾ ਸਰੀਰ ਹੈ ਇਹ ਹੁਣ ਪਰਮੇਸ਼ਰ ਦੇ ਵਾਸਤੇ, ਪਰਮੇਸ਼ਰ ਦਾ ਆਤਮਾ ਇਸ ਦੇ ਵਿੱਚ ਹੈ। ਕਿਉਂਕਿ ਜੋ ਸਰੀਰ ਹੈ ਇੱਕ ਸਰੀਰ ਦੇ ਮਿੱਟੀ ਦੇ ਵਿੱਚ ਮਿੱਟੀ ਮਿਲ ਗਿਆ ਨਾ, ਪਰ ਆਤਮਾ ਜਿਹੜਾ ਹੈ ਉਹ ਧਰਮ ਦੇ ਕਰਕੇ ਜਗਾਇਆ ਗਿਆ। जब मनुष्यों के राही मौत हुई, मनुष्यों के राही मौतियां की क़यामत भी हुई, पुनरुत्थान है। जिस तरह आदम के सब मरते हैं, एक ने प्राप्त करके सारे में मौत आ गया, उसी तरह मसीह के विच सारे किया जीते किए जाएंगे। ਜਿਹੜੇ ਲੋਕ ਵਿਸ਼ਵਾਸ करते हैं, ईमान रखते हैं, मसीह के विच किया बचाए जाएंगे। 15 की अपने ऐसे क्रांतियां फर्स्ट में पढ़ांगे, 45 को 44 पढ़ते हो। अंडा तक सॉरी 45 तो लेके अंडा तक पढ़ते हो। इसलिए धर्मग्रंथ कहता है, पहला आदमी अर्थात आदम जिंदा प्राणी बनया, और अंतिम आदम जीवनदाता। फिर भी आत्मा पहला नहीं आया, सब पहला संसार का सृजन ते फिर आत्मा का। पहला आदमी धरती का अर्थात मिट्टी का बनया हुआ सी, और दूजा आदमी स्वर्ग तो आया सी। इसलिए मिट्टी का बनया आदमी उस आदमी वर्गा है जो मिट्टी का बनया है, और स्वर्ग का आदमी उस आदमी वर्गा है जो स्वर्ग का है। जिस तरह सानू मिट्टी के आदमी का रूप मिला है, उसी तरह सानू स्वर्ग के आदमी का रूप भी मिलेगा। हालेलुया। यूं लिखा है होया है, जो पहला मनुष्य आदम जिंदी जान, पहला किसी जिंदी जान आदम, शेकड़ा आदम जीवनदाता आत्मा है। शेकड़ा कौन? प्रभु यीशु मसीह, दोस्तों बाद में जाएगा जीवनदाता आत्मा होया। पर पहला वो नहीं केड़ा आत्मा है, पहला केड़ा सीगा शरीर, मतलब किसी हो आत्मा का नहीं सी समूह जेड़ा प्राण है। फिर वो मगरों जेड़ा आत्मा है, उसके मगर कौन है? प्रभु यीशु मसीह। वो किसी आत्मा, पहला मनुष्य मिट्टी का बनेगा, दूजा मनुष्य स्वर्ग का। पहला मनुष्य कौन था? आदम, काका बना था मिट्टी का। दूजा मनुष्य कौन सी? स्वर्ग का। प्रभु यीशु मसीह ने शब्द दे दिया है, दूजा मनुष्य किथों सी? स्वर्ग का। जिवें वो मिट्टी का सी, तिवें वो भी ਜਿਹੜੇ ਮਿੱਟੀ ਦੇ ਹਨ, ਅਤੇ ਜਿਵੇਂ ਉਹ ਸਵਰਗ ਦਾ ਹੈ, ਤਿਵੇਂ ਉਹ ਵੀ ਜਿਹੜੇ ਸਵਰਗ ਦੇ ਹਨ। ਅਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਮਿੱਟੀ ਵਾਲੇ ਦਾ ਸਰੂਪ ਧਾਰਿਆ ਸੀਗਾ, ਇਸੇ ਤਰ੍ਹਾਂ ਅਸੀਂ ਕਰਾਂਗੇ ਹੁਣ ਸਵਰਗ ਵਾਲੇ ਦਾ ਸਰੂਪ ਧਾਰ। ਮਿੱਟੀ ਵਾਲੇ ਦਾ ਸਰੂਪ ਧਾਰਿਆ ਸਰੀਰ ਵਿੱਚ ਮੌਤ ਆਈ ਆ, ਸਵਰਗ ਵਾਲੇ ਦਾ ਸਰੂਪ ਧਾਰਾਂਗੇ ਜ਼ਿੰਦਗੀ ਦੇ ਵਿੱਚ ਕੀ ਆ? ਜੀਵਨ ਮਿਲੇਗਾ। ਪਾਪਾਂ ਤੋਂ ਨਿਜਾਤ ਮਿਲੇਗੀ, ਜਿਹਨੂੰ ਮੁਕਤੀ ਕਹਿੰਦੇ ਆ। ਇਹਦੇ ਵਾਸਤੇ ਪ੍ਰਭੂ ਯਿਸੂ ਮਸੀਹ ਹੈ, ਇਹਨੂੰ ਸੋਚ ਸਮਝ ਆ ਕਹਿੰਦੇ ਆ। मतलब कि साढ़े गुनाहों के लिए, साढ़े पापों के लिए प्रभु यीशु मसीह है। जिस तरह ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ, ਉਸ ਤਰ੍ਹਾਂ ਸਾਨੂੰ ਕੀ ਕਰਨਾ? ਸਵਰਗ ਵਾਲੇ ਦਾ ਉਹਦਾ ਸਰੂਪ ਧਾਰਨਾ ਹੈ। ਉਹਦੀਆਂ ਗੱਲਾਂ ਦੇ ਉੱਤੇ, ਉਹਦੀਆਂ ਰਾਹਾਂ ਦੇ ਉੱਤੇ, ਉਹਦੇ ਵਚਨਾਂ ਦੇ ਉੱਤੇ ਅਸੀਂ ਚੱਲਣਾ ਹੈ, ਤਾਂ ਜੋ ਕਿ ਅਸੀਂ ਉਸ ਦੇ ਘਰ ਦੇ ਵਿੱਚ ਹਮੇਸ਼ਾ ਲਈ ਚੱਲੀਏ। ਹਾਲੇਲੂਇਆ, ਹਾਲੇਲੂਇਆ। ਅੱਗੇ ਅਸੀਂ ਪੜ੍ਹਾਂਗੇ ਤੀਤੁਸ ਦੀ ਪੱਤਰੀ 2:11 ਤੋਂ 12 ਪੜ੍ਹਦੇ, 2:1 ਤੋਂ ਪੜ੍ਹਦੇ। परमेश्वर की कृपा सब मनुष्य जाति की मुक्ति की प्रगट होई है। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਭ ਅਧਰਮ ਦੇ ਸੰਸਾਰ ਦੀ ਇੱਛਾਵਾਂ ਨੂੰ ਇਸੇ ਜੀਵਨ ਵਿੱਚ ਇਸੇ
जो साढ़े वास्ते जान दी है इंसान को बचाने के लिए दी है। काहदे वास्ते? क्योंकि जो पहला आदम आया उसने अपराध किया, वो करके मौत आ गई। अभी पिछले पढ़िया तो प्रभु यीशु मसीह को इसे करके आना प्यार जो इंसान को हाथ में बनाया कि वो नाश ना हो जाए, मैं उसको बचावा। क्यों जो परमेश्वर की कृपा सबना मौका की मुक्ति दे रही है, परमेश्वर सानू बचाना चाहता अते सानू कारणा देती है कि असं भक्ति के संसारी विषयों तो मन फेर के इस वर्तमान युग में सुरत धर्म के भक्ति नाम मुक्ति करिए, उसकी महिमा करिए, उसकी बड़ाई करिए, पूरे जोश के विच नाल सब होश भी होना चाहिए, पूरे सुरत के नाल धर्म के नाल भक्ति नाल गंभीरता के नाल उसने किया अपना जो धरती का सफर है, अपना मुसाफिर का समा धरती पैर में किया। इस करके प्रभु यीशु मसीह की कृपा साड़ी मुक्ति दे रही है कि साड़ी जी इंसान की किया मुक्ति हो सके। हालेलुया हालेलुया। तीतुस की बड़ा करके प्रति में 3:8 कहता ये सारी मुक्ति के नाल गल्लां है साडे तौबा के नाल पश्चाताप के नाल है कि कितना सी पश्चाताप करना, कितना सानू मुक्ति मिलनी, कितना मौत आई, किस तरह जीवन आया साडे जीवन में प्रभु लेके आए जिंदगी साडे वास्ते। ये सब विश्वास जो है मैं चाहता है कि मैंने गल्ला ते खास जोर देवे तां जो वो जो परमेश्वर ते विश्वास कर चुके हैं वो भले काम करने दे वाल ध्यान देण। ये सब भला है अते लोकां दे लाभकारी है। हालेलुया। ये वचन सत्य है अते मैं चाहता हां कि तू इन्हां गल्लां दे विच पक्याई ना भुलिया करे मजबूती दे नाल कि जिन्ना परमेश्वर की प्रतीत कीती है ਅਸੀਂ ਸਾਰਿਆਂ ਨੇ विश्वास किया परमेश्वर ਦਾ, ਅਸੀਂ ਸਾਰਿਆਂ ने प्रतीत कीती है, ਅਸੀਂ परमेश्वर ਨੂੰ ਜਾਣਿਆ ਹੈ, ਅਸੀਂ ਇਸ ਨੂੰ ਵੇਖਿਆ ਨਹੀਂ ਹੈ ਕੰਮਾਂ ਦੇ ਦੁਆਰਾ क्योंकि ਅਸੀਂ ਵੇਖ ਨਹੀਂ ਸਕਦੇ। ਅਸੀਂ ਜੇ ਵੇਖੀਏ ਨੂੰ ਵੇਖਿਆ ਤਾਂ ਅਸੀਂ ਕੀਆਂ ਵਿੱਚ ਝੂਠੇ ਹਾਂ। ਅਸੀਂ परमेश्वर ਦੇ ਵਚਨ ਨੂੰ ਸੁਣਿਆ ਹੈ, ਉਹਦੇ ਕੰਮਾਂ ਨੂੰ ਵੇਖਿਆ ਹੈ क्योंकि ਕੰਮਾਂ ਨੂੰ ਕਿੱਦਾਂ ਵੇਖਦੇ ਹਾਂ? जो सूरज चंद तारे धरती और जो कुछ इसमें रचा हुआ है परमेश्वर का रचा हुआ है, इसको ਅਸੀਂ देख सकते हैं कि परमेश्वर ने सारा कुछ बनाया। ये हाथ का परमेश्वर के शब्द के नाल सब कुछ तैयार होया। ये वचन सत्य है कि मैं चाहता हां कि तू इन्हां गल्लां दे विच पक्याई ना बोलिया करे कि जिन्ना परमेश्वर की प्रतीत कीती, जिन्हां ने विश्वास कीती है वो सब काम करन दे लिए चित लाओ, चंगे काम करते रहो। भलाई दी गल्लां पिछे परमेश्वर के वचन सुनाउण दे विच, परमेश्वर की महिमा करने दे विच, गीतां दे विच, भजनां दे विच, प्रार्थनावां दे विच, अपने देश के वास्ते प्रार्थना, अपने प्रधानमंत्री वास्ते, अपने एमएलए वास्ते, अपने चर्च की कलीसिया वास्ते, हर एक की उन्नति के वास्ते, हर एक की तरक्की के वास्ते की कर सब काम करने दे विच तरह विधवा के वास्ते, यतीमां के वास्ते प्रार्थना, उन्हां दी कोई मदद के वास्ते और बहुत सारे काम इन्हां दे हैगे आ जो परमेश्वर साडी आत्मा ਨੂੰ दवाई करके कर सकते हैं। सब काम करने के दौरान इन्हां गल्लां ये गल्लां भलियां ते लोकां लई गुनाहगार, ये गल्लां लोकां लई कीਆਂ भलियां ते उन्हां दे लई कीਆਂ गुनाहगार। हालेलुया हालेलुया। इब्रानियों की पत्री उसकी 2 दिन है 2 दिन ਤਾਂ ਫਿਰ ਅਸੀਂ ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਜੇਕਰ ਅਸੀਂ ਇਸ ਮਹਾਨ ਮੁਕਤ ਵੱਲ ਧਿਆਨ ਨਹੀਂ ਕਰਾਂਗੇ ਜਿਸ ਮੁਕਤ ਦਾ ਐਲਾਨ ਸਭ ਤੋਂ ਪਹਿਲਾਂ ਆਪ ਪ੍ਰਭੂ ਦੇ ਦੁਆਰਾ ਕੀਤਾ ਗਿਆ, ਫਿਰ ਇਸੇ ਦੀ ਗਵਾਹੀ ਸਾਡੇ ਸਾਹਮਣੇ ਉਹਨਾਂ ਦੁਆਰਾ ਦਿੱਤੀ ਗਈ ਜਿਨ੍ਹਾਂ ਨੇ ਇਸ ਨੂੰ ਸੁਣਿਆ ਸੀ। हालेलुया। ਜਦੋਂ ਉਹ ਵਚਨ ਜਿਹੜਾ ਦੋਤਾਂ ਦੀ ਜਵਾਨੀ ਵਿੱਚ ਗਿਆ ਦ੍ਰਿੜ ਰਿਹਾ ਪੱਕਾ ਹੋ ਮਜ਼ਬੂਤ ਦ੍ਰਿੜ ਅਤੇ ਹਰੇਕ ਅਪਰਾਧ ਦੇ ਨਾਲ ਆਗਿਆਕਾਰੀ ਦਾ ਠੀਕ ਬਦਲਾ ਮਿਲਿਆ ਤਾਂ ਅਸੀਂ ਕਿੱਥੇ ਬਚ ਨਿਕਲਾਂਗੇ। ਜੋ ਏਡੀ ਵੱਡੀ ਮੁਕਤੀ ਦੀ ਬੇਪਰਵਾਹੀ ਹੈ, ਕੀ ਕਰਨਾ? ਬੇਪਰਵਾਹ ਨਹੀਂ ਹੋਣਾ, ਸੁਚੇਤ ਰਹਿਣਾ परमेश्वर ਦੇ ਵਿੱਚ, ਦਿਨ ਪ੍ਰਤੀ ਦਿਨ ਵੱਧਦੇ ਜਾਣਾ परमेश्वर ਦੇ ਵਿੱਚ। ਅਸੀਂ ਕਿੱਧਰ ਬਚ ਨਿਕਲਾਂਗੇ? ਐਡੀ ਵੱਡੀ ਕਹਿੰਦੇ ਮੁਕਤੀ ਦੀ ਕੀ ਕਰੀਏ? ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਕੀ ਆ ਸਾਬਤ ਹੋਏ। ਹਾਲੇਲੂਇਆ। ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ ਹੈ क्योंकि जो कुछ परमेश्वर बोलता उसको पूरा करना भी समर्थ है, क्योंकि सारा वचन जो परमेश्वर का है ये शब्द देता ही है। जो वचन में
ਲਿਖਤ ਵਚਨ ਜਿਹੜਾ ਕੀ ਆ ਪਰਮੇਸ਼ਰ ਦਾ ਆਤਮਾ ਹੈ। ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ, ਜਦੋਂ ਇਸ ਉੱਤੇ ਚੱਲਦੇ ਹਾਂ, ਅਸੀਂ ਪਰਮੇਸ਼ਰ ਨਾਲ ਗੱਲ ਕਰਦੇ, ਕਿਸੇ ਇਨਸਾਨ ਦੇ ਨਾਲ ਨਹੀਂ ਗੱਲ ਕਰਦੇ। ਐਡੀ ਵੱਡੀ ਮੁਕਤੀ ਦੀ ਅਸੀਂ ਕੀ ਕਰਨੀ, ਬੇਪਰਵਾਹੀ ਨਹੀਂ ਕਰਨੀ। ਅਸੀਂ ਉਸਦੇ ਬਚਨਾਂ ਨੂੰ ਧਿਆਨ ਦੇ ਨਾਲ ਵੇਖਣਾ ਹੈ, ਉਹਨਾਂ ਤੇ ਚੱਲਣਾ ਹੈ, ਉਹਦੀ ਮਹਿਮਾ ਕਰਨੀ, ਉਹਦੀ ਬੜਾਈ ਕਰਨੀ, ਉਹਦੇ ਨਾਲ ਜੁੜੇ ਰਹਿਣਾ। ਆਖਰੀ ਸਾਹ ਤੱਕ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਡਾਕੂ ਜਿਹੜੇ ਦੋ ਲੋਕ ਆਏ ਗਏ ਸੀ ਨਾਲ ਪ੍ਰਭੂ ਯਿਸੂ ਮਸੀਹ ਦੇ ਲਗਾਏ ਗਏ, ਉਹਨਾਂ ਵਿੱਚੋਂ ਇੱਕ ਨੇ ਪਛਤਾਵਾ ਕਰ ਰਹੇ ਜਾਂਦੇ ਹਨ, ਪਰ ਉਸਨੇ ਤਾਂ ਜਾਂਦੇ ਜਾਂਦੇ ਕੀਤਾ, ਸਾਰੀ ਜ਼ਿੰਦਗੀ ਨਹੀਂ, ਪਰ ਅਸੀਂ ਕੀ ਕਰਨਾ, ਸ਼ੁਰੂ ਤੋਂ ਲੈ ਕੇ ਆਖਰ ਤੱਕ ਉਹਦੇ ਨਾਲ ਬਣੇ ਰਹਿਣਾ, ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡਾ ਪ੍ਰਭੂ ਕਿਸ ਘੜੀ ਕਿਸ ਸਮੇਂ ਆ ਜਾਵੇ। ਜਦ ਵੀ ਆਵੇ ਸਾਨੂੰ ਪਰਮੇਸ਼ਰ ਦੀ ਮਹਿਮਾ ਕਰਦੇ, ਉਹਦੇ ਕੰਮਾਂ ਨੂੰ ਕਰਦੇ ਆ, ਉਹਦੀ ਬੜਾਈ ਕਰਦੇ ਆ। ਹਾਲੇਲੂਇਆ। ਪਹਿਲਾ ਪਤਰਸ ਉਹਦੀ 5:6-7 ਪੜਾਂਗੇ। ਪਹਿਲਾ ਪਤਰਸ ਉਹਦੀ 5:6-7 ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠ ਨੀਵੇਂ ਕਰੋ, ਜੇ ਉਹ ਤੁਹਾਨੂੰ ਬੇਟੇ ਸਿਰ ਉੱਚਾ ਕਰੇ, ਅਤੇ ਆਪਣੀ ਸਾਰੀ ਚਿੰਤਾ ਨੂੰ ਸੱਚੇ ਸੋਚ ਛੱਡੋ, ਕਿਉਂ ਜੋ ਉਹ ਤੁਹਾਡਾ ਫਿਕਰ ਹੈ। ਹਾਲੇਲੂਇਆ। ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਹੇਠ, ਜਿਸਨੇ ਸਾਰੀ ਦੁਨੀਆ ਨੂੰ ਬਣਾਇਆ, ਹਰ ਇੱਕ ਦਾ ਫਿਕਰ ਕਰਦਾ। ਇਨਸਾਨ ਆਪਣੇ ਬੱਚਿਆਂ ਬਾਰੇ ਸੋਚਦਾ ਹੈ, ਆਪਣੇ ਪਰਿਵਾਰ ਬਾਰੇ ਸੋਚਦਾ ਹੈ, ਪਰ ਪਰਮੇਸ਼ਰ ਸਾਰੀ ਦੁਨੀਆ ਦੇ ਬਾਰੇ ਸੋਚਦਾ। ਸਾਰੀ ਦੁਨੀਆ ਨੂੰ ਬਣਾਇਆ, ਹਰ ਇੱਕ ਨੂੰ ਰੋਟੀ ਖਿਲਾਉਣੀ ਆ, ਹਰ ਇੱਕ ਨੂੰ ਦੇਖਣਾ ਆ। ਇਹ ਪਰਮੇਸ਼ਰ ਦੀ ਕੰਮ ਵੱਡੀ, ਉਹਦੀ ਯੋਜਨਾ ਵੱਡੀ ਹੈ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ। ਸੋ ਆਪਣੇ ਆਪ ਨੂੰ ਕੀ ਕਰਨਾ, ਪਰਮੇਸ਼ਰ ਦੇ ਹੱਥ ਦੇ ਹੇਠ ਬਲਵੰਤ ਹੱਥ, ਸ਼ਕਤੀ ਵਾਲਾ ਸਮਰਥੀ ਹੱਥ ਕੀ ਕਰਨਾ, ਆਪਣੇ ਆਪ ਉਹਦੇ ਨੀਵੇਂ ਕਰ, ਸਲੀਮ ਹੋਣਾ, ਨਵਾਂ ਬਣਨਾ, ਆਪਣੇ ਆਪ ਨੂੰ ਕੀ ਆ ਪਰਮੇਸ਼ਰ ਦੇ ਅਧੀਨ ਕਰਨਾ, ਨੀਵਾਂ ਹੋਣਾ। ਅੱਜ ਦਾ ਸਮਾਂ ਅਸੀਂ ਦੇਖਦੇ ਹਾਂ, ਬਹੁਤ ਸਾਰੇ ਨੌਜਵਾਨ ਭੈਣ ਭਾਈ ਵੀ ਆ, ਬਜ਼ੁਰਗ ਵੀ ਹੈਗੇ, ਅਸੀਂ ਦੇਖਦੇ ਹਾਂ ਅਧੀਨ ਨਹੀਂ ਹੋਣ ਹੋਏ ਪਰਮੇਸ਼ਰ ਦੇ, ਵਿਰੋਧ ਕਰਦੇ ਹੈਗੇ ਆ, ਨਮਕ ਨਹੀਂ ਹੋਣਾ ਹੈਗਾ। ਘਮੰਡ ਵਿੱਚ ਅਸੀਂ ਦੇਖਦੇ ਹਾਂ ਕਈ ਤਰ੍ਹਾਂ ਦਾ ਘਮੰਡ ਹੈਗਾ ਬੰਦੇ ਦੇ ਵਿੱਚ। ਕਿਸੇ ਵੇਲੇ ਜ਼ਿਆਦਾ ਬੰਦਾ ਵਧੀਆ ਪ੍ਰਾਰਥਨਾ ਕਰਦਾ, ਜਿਹਨੂੰ ਨਹੀਂ ਕਰਨੀ ਆਉਂਦੀ, ਜਾਂ ਵਚਨ ਦੇ ਵਿੱਚ ਨਹੀਂ ਪੜ੍ਹ ਸਕਦੇ ਆਪਾਂ, ਜਾਂ ਗੀਤਾਂ ਦੇ ਵਿੱਚ ਦੇਖ ਸਕਦੇ ਹਾਂ, ਜਾਂ ਉਹ ਕਹਿਣਾ ਮੇਰੇ ਵਰਗਾ ਗੀਤ ਨਹੀਂ ਆਉਂਦਾ ਹੋਣਾ। ਪਰਮੇਸ਼ਰ ਸਾਡਾ ਅਨੁਭਵ ਨਹੀਂ, ਸਾਡੇ ਮੂੰਹ ਦੇ ਸ਼ਬਦਾਂ ਨੂੰ ਦੇਖਦਾ, ਸਾਡਾ ਦਿਲ ਦੇਖਦਾ। ਇੱਦਾਂ ਦੇ ਘਮੰਡ ਸਾਡੇ ਵਿੱਚ ਨਹੀਂ ਹੋਣੇ ਚਾਹੀਦੇ। ਸਾਨੂੰ ਸਾਡੀ ਪ੍ਰਾਰਥਨਾ ਹੋਣੀ ਚਾਹੀਦੀ, ਜੇ ਮੈਂ ਪ੍ਰਾਰਥਨਾ ਕਰਦਾ ਤਾਂ ਸਾਰੀ ਕਲੀਸਿਆ ਪ੍ਰਾਰਥਨਾ ਕਰ ਸਕੇ, ਜੇ ਮੈਂ ਵਚਨ ਪੜ੍ਹਦਾ ਸਾਰੇ ਵਚਨ ਸੁਣਾ ਸਕਣ। ਹਰ ਕੰਮ ਦੇ ਵਿੱਚ ਕੀ ਆ, ਕਿਸੇ ਵੀ ਤਰ੍ਹਾਂ ਦਾ ਸਾਡੇ ਅੰਦਰ ਘਮੰਡ ਨਹੀਂ ਹੋਣਾ ਚਾਹੀਦਾ। ਘਮੰਡ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਜਾਂਦਾ। ਕੋਈ ਕੰਮ ਕਰੇਗਾ, ਕਹੋ ਜੀ ਮੇਰੇ ਵਰਗਾ ਤਾਂ ਬੰਦਾ ਹੀ ਨਹੀਂ ਆ, ਮੈਂ ਹੀ ਆ ਕੰਮ ਕਰ ਸਕਦਾ ਹਾਂ, ਮੈਂ ਨਾ ਕਰਦਾ ਕੰਮ ਨਾ ਕਰਦਾ। ਇਸ ਕਰਕੇ ਕੀ ਕਰਨਾ, ਆਪਣੇ ਆਪ ਨੂੰ ਪਰਮੇਸ਼ਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਬਲਵੰਤ ਸਾਡੇ ਨੀਵੇਂ ਕਰੋ। ਕੀ ਕਰੇ, ਉਹਦੀ ਕਿਰਪਾ ਕਰੇ, ਉਹ ਵੇਲੇ ਸਿਰ ਟਾਈਮ ਸਿਰ ਜਦ ਟਾਈਮ ਆਏਗਾ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਤੁਹਾਨੂੰ ਵੇਲੇ ਸਿਰ ਟਾਈਮ ਸਿਰ ਜਦੋਂ ਟਾਈਮ ਆਏਗਾ ਤੁਹਾਨੂੰ ਕੀ ਕਰੇਗਾ, ਉੱਚਾ ਕਰੇਗਾ, ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ, ਕੋਈ ਉਹਨੂੰ ਵੱਡਾ ਫਿਕਰ ਹੈ। ਹਾਲੇਲੂਇਆ। ਨਾ ਡਰ ਨਾ ਘਬਰਾ, ਮੈਂ ਤੈਨੂੰ ਨਹੀਂ ਛੱਡਾਂਗਾ, ਨਾ ਤੈਨੂੰ ਜਾਏਗਾ, ਕਿਉਂਕਿ ਜੋ ਪਰਮੇਸ਼ਰ ਦਾ ਸੱਚਾ ਪਰਮੇਸ਼ਰ ਉਹ ਸਾਨੂੰ ਨਹੀਂ ਛੱਡੇਗਾ, ਹਮੇਸ਼ਾ ਸਾਡਾ ਧਿਆਨ ਰੱਖਦਾ। ਇੱਕ ਮਾਂ ਦੁੱਧ ਪੀਂਦੇ ਬੱਚੇ ਨੂੰ ਛੱਡ ਸਕਦੀ ਹੈ, ਢਿੱਡ ਦੇ ਜੰਮੇ ਬਾਪ ਦੇ ਉੱਤੇ ਰਹਿਮ ਨਾ ਕਰੇਗਾ, ਉਹ ਭੁੱਲ ਸਕਦੀ ਹੈ, ਪਰ ਮੈਂ ਤੈਨੂੰ ਨਹੀਂ ਛੱਡਾਂਗਾ। ਹਾਲੇਲੂਇਆ। ਹਾਲੇਲੂਇਆ। ਆਖਰੀ ਅਸੀਂ ਗੱਲ ਪੜਾਂਗੇ ਪ੍ਰਕਾਸ਼ ਦੀ ਪੋਥੀ 3:5। ਆਖਰੀ ਕਿਤਾਬ ਪ੍ਰਕਾਸ਼ ਦੀ ਪੋਥੀ। ਜਿਹੜਾ ਜਿੱਤਣ ਵਾਲਾ ਹੈ ਉਹ ਕਿਸੇ ਪ੍ਰਕਾਰ ਚਿੱਟੇ ਬਾਦਲ ਪਹਿਨਾਏ ਜਾਣਗੇ, ਅਤੇ ਮੈਂ ਉਹਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸ ਦੇ ਦੂਤਾਂ ਦੇ ਅੱਗੇ ਉਹਦੇ ਨਾਮ ਦਾ ਕਰਾਰ ਕਰਾਂਗਾ। ਜਿਹਦੇ ਕੰਨ ਹਨ ਸੋ ਸੁਣੇ, ਵੀ ਆਤਮਾ ਕਲੀਸਿਆ ਨੂੰ ਕੀ ਕਹਿੰਦਾ ਹੈ। ਹਾਲੇਲੂਇਆ। ਜਿਹਦੇ ਕੰਨ ਹਨ ਸੋ ਸੁਣੇ, ਆਤਮਾ ਕਲੀਸਿਆ ਨੂੰ ਕੀ ਕਹਿੰਦਾ ਹੈ। ਜਿੱਤਣ ਵਾਲਾ ਹੈ, ਜਿੱਤਣ ਵਾਲਾ ਮਤਲਬ ਉਹ ਜਿਹੜਾ ਜਿੱਤਦਾ ਹੈ, ਪਰਮੇਸ਼ਰ ਦੇ ਵਿੱਚ ਖੜਾ ਰਹਿੰਦਾ ਹੈ, ਮਜ਼ਬੂਤੀ ਦੇ ਨਾਲ ਚੱਲਦਾ ਹੈ, ਪਰਮੇਸ਼ਰ ਦੇ ਵਿੱਚ ਚੰਗੀ ਤਰ੍ਹਾਂ ਪਰਮੇਸ਼ਰ ਨੂੰ ਜਾਣਦਾ ਹੈ, ਉਹਦੇ ਨਾਲ ਬਣਿਆ ਰਹਿੰਦਾ ਹੈ, ਖੜਾ ਰਹਿੰਦਾ ਵਚਨਾਂ ਦੇ ਉੱਤੇ। ਪਰਮੇਸ਼ਰ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਇਸੇ ਪ੍ਰਕਾਰ ਚਿੱਟੇ
ਸਾਰਿਆਂ ਦੇ ਦੁੱਖਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ ਨਾਲ ਖੜਾਂਗੇ, ਹਰ ਇੱਕ ਦੀ ਮਦਦ ਸਹਾਇਤਾ ਕਰਾਂਗੇ, ਹਰ ਇੱਕ ਦੇ ਨਾਲ ਚੱਲਾਂਗੇ, ਹਰ ਇੱਕ ਦੇ ਦੁੱਖ ਨੂੰ ਸਮਝਾਂਗੇ ਔਰ ਪਰਮੇਸ਼ਰ ਦੀ ਮਹਿਮਾ ਦੇ ਵਿੱਚ, ਦੀ ਬੜਾਈ ਦੇ ਵਿੱਚ ਅੰਤਮ ਸਮੇਂ ਤੱਕ ਆਪਣਾ ਜੁੜਿਆ ਰਹਾਂਗੇ। ਤਾਂ ਪ੍ਰਭੂ ਕਹਿ ਰਿਹਾ ਕਿ ਮੈਂ ਜਿਸਨੂੰ ਸੀ ਆਪਣੇ ਦੁੱਖਾਂ ਦੇ ਅੱਗੇ ਪਰਮੇਸ਼ਰ ਦੇ ਅੱਗੇ ਕੀ ਕਰਾਂਗਾ, ਉਹਦਾ ਨਾਮ ਇਹ ਜੀਵਨ ਦੀ ਪੋਥੀ ਦੇ ਵਿੱਚੋਂ ਕਦੇ ਨਹੀਂ ਮਿਟਣਾ। ਔਰ ਹਮੇਸ਼ਾ ਮੈਂ ਉਹਨੂੰ ਆਪਣੇ ਪਿਤਾ ਦੇ ਘਰ ਵਿੱਚ ਇੱਕ ਥੰਮ ਬਣਾ ਕੇ ਖੜਾ ਕਰਾਂਗਾ। ਮੈਂ ਚਿੱਟੇ ਵਸਤਰ ਉਸ ਨੂੰ ਪਹਿਨਾਵਾਂਗਾ ਔਰ ਮੈਂ ਉਹਨੂੰ ਇੱਕ ਗੁਪਤ ਪੱਥਰ ਦੇਵਾਂਗਾ, ਉਹ ਉਸ ਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਜਾਣੇਗਾ ਨਹੀਂ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਇੱਕ ਥੰਮ ਬਣਾ ਕੇ ਆਪਣੇ ਘਰ ਦੇ ਵਿੱਚ ਖੜਾ ਕਰੇਗਾ, ਜੋ ਹਮੇਸ਼ਾ ਲਈ ਸਦਾ ਦੇ ਲਈ ਅਸੀਂ ਉਹਦੇ ਨਾਲ ਬਣੇ ਰਹਾਂਗੇ। ਨਾ ਉੱਥੇ ਰੋਣਾ ਹੋਵੇਗਾ, ਨਾ ਉੱਥੇ ਰਾਤ ਹੋਵੇਗੀ,